हेलो स्टूडेंट्स, मैं हरप्रीत सिंह सिद्धू सरकारी सीनियर ਸੈਕੰਡਰੀ ਸਕੂਲ ਸੰਦੌੜ ਸੰਗਰੂਰ ਵਿਖੇ ਫਿਜ਼ਿਕਸ ਲੈਕਚਰਰ ਦੀ ਸੇਵਾ ਨਿਭਾ ਰਿਹਾ ਹਾਂ। ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਪਲੱਸ 2 ਕਲਾਸ ਦੀ ਫਿਜ਼ਿਕਸ ਦੀ ਤੀਜੀ ਯੂਨਿਟ ਦੇ 5ਵੇਂ ਚੈਪਟਰ ਦੇ ਦੋ ਟੌਪਿਕ ਪੜਾਂਗੇ। ਪਹਿਲਾ ਟੌਪਿਕ ਹੈ ਕਰੰਟ ਲੂਪ ਐਜ਼ ਅ ਮੈਗਨੈਟਿਕ ਡਾਈਪੋਲ ਐਂਡ ਇਟਸ ਮੈਗਨੈਟਿਕ ਡਾਈਪੋਲ ਮੂਵਮੈਂਟ। ਦੂਜਾ ਟੌਪਿਕ ਜੋ ਆਪਾਂ ਪੜਾਂਗੇ ਉਹ ਹੈ मैग्नेटिक डाइपोल मूवमेंट ऑफ ए रिवॉल्विंग इलेक्ट्रॉन। सो ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ। ਕਰੰਟ ਲੂਪ ਐਜ਼ ਅ ਮੈਗਨੈਟਿਕ ਡਾਈਪੋਲ ਨੂੰ ਆਪਾਂ ਸਮਝਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਗਨੈਟਿਕ ਡਾਈਪੋਲ ਕੀ ਹੁੰਦਾ। ਮੈਗਨੈਟਿਕ ਡਾਈਪੋਲ ਕੀ ਹੁੰਦਾ ਹੈ? ਕੋਈ ਬਾਰ ਮੈਗਨੇਟ ਆਪਣੇ ਕੋਲ ਹੈ ਮੰਨ ਲਓ, ਤਾਂ ਉਸਦੇ ਦੋ ਪੋਲਸ ਹੁੰਦੇ ਨੇ, ਇੱਕ ਹੁੰਦਾ ਨਾਰਥ ਪੋਲ, ਦੂਜਾ ਹੁੰਦਾ ਸਾਊਥ ਪੋਲ। ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਮੈਗਨੈਟਿਕ ਡਾਈਪੋਲ, ਭਾਵ ਕਿ ਜਿਸ ਦੇ ਵੀ ਦੋ ਪੋਲਸ ਹੋਣ, ਡਾਈਪੋਲਸ ਦਾ ਮਤਲਬ ਦੋ ਪੋਲਸ ਹੋਣ, ਤਾਂ ਜੋ ਵੀ ਮੈਗਨੇਟ ਹੋਵੇ ਜਿਸ ਦੇ ਦੋ ਪੋਲਸ ਹੋਣ ਉਸ ਨੂੰ ਆਪਾਂ ਡਾਈਪੋਲ ਕਹਾਂਗੇ, ਮੈਗਨੈਟਿਕ ਡਾਈਪੋਲ ਕਹਾਂਗੇ। ਤੇ ਜੋ ਕਰੰਟ ਕੈਰਿੰਗ ਲੂਪ ਹੈ, ਮੰਨ ਲਓ ਕਿ ਆਪਣੇ ਕੋਲੇ ਕਰੰਟ ਕੈਰਿੰਗ ਕੋਇਲ ਹੈ ਇਸ ਤਰ੍ਹਾਂ ਦੀ, ਮੰਨ ਲਓ ਇਹ ਕੋਇਲ ਹੈ, ਇਸ ਦੇ ਵਿੱਚ ਕਰੰਟ ਫਲੋ ਕਰ ਰਿਹਾ ਹੈ, ਤਾਂ ਇਸ ਨੂੰ ਆਪਾਂ ਕਹਾਂਗੇ ਕਰੰਟ ਕੈਰਿੰਗ ਲੂਪ ਜਾਂ ਕੋਇਲ। ਠੀਕ, ਇਸ ਦੇ ਵਿੱਚ ਜਦੋਂ ਕਰੰਟ ਫਲੋ ਕਰਦਾ ਹੈ ਤਾਂ ਇਹਦੇ ਵਿੱਚ ਇੱਕ ਮੈਗਨੈਟਿਕ ਫੀਲਡ ਸੈਟਅਪ ਹੋ ਜਾਂਦਾ ਹੈ ਇਸ ਦੇ ਵਿੱਚ ਦੀ, ਤੇ ਉਹ ਮੈਗਨੈਟਿਕ ਫੀਲਡ ਕਰਕੇ ਇਸ ਦੇ ਦੋ ਪੋਲਸ ਬਣ ਜਾਂਦੇ ਨੇ, ਜਿਸ ਦੇ ਕਰਕੇ ਇਹ ਇੱਕ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ ਬਿਹੇਵ ਕਰਦੀ ਹੈ। ਠੀਕ, ਤਾਂ ਆਪਾਂ ਸਮਝਣ ਵਾਸਤੇ ਇੱਕ ਡਾਇਆਗ੍ਰਾਮ ਬਣਾਉਣੇ ਹਾਂਗੇ, ਇਸ ਤਰ੍ਹਾਂ ਦੀ ਸਰਕੂਲਰ ਡਾਇਆਗ੍ਰਾਮ। ਮੰਨ ਲਓ ਕਿ ਇਹ ਕਰੰਟ ਕੈਰਿੰਗ ਲੂਪ ਹੈ, ਇਸ ਦੇ ਵਿੱਚ ਜੋ ਕਰੰਟ ਫਲੋ ਕਰ ਰਿਹਾ ਹੈ ਉਹ ਮੰਨ ਲਓ ਦੋ ਤਰੀਕੇ ਨਾਲ ਹੋ ਸਕਦਾ ਹੈ। ਇੱਕ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਹੋ ਸਕਦਾ ਹੈ, ਇੱਕ ਹੋ ਸਕਦਾ ਹੈ ਆਪਣੇ ਕੋਲੇ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ। ठीक है, क्लॉकवाइज डायरेक्शन जिस तरफ क्लॉक ਹੁੰਦਾ ਹੈ, ਜਿਸ ਤਰ੍ਹਾਂ ਐਂਟੀ ਕਲੌਕਵਾਈਜ਼ ਉਸ ਦੇ ਉਲਟ ਡਾਇਰੈਕਸ਼ਨ। ਤਾਂ ਜੇਕਰ ਮੰਨ ਲਓ ਆਪਣੇ ਕੋਲ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕਰੰਟ ਜਾ ਰਿਹਾ ਹੈ ਤਾਂ ਆਪਾਂ ਕਲੌਕ ਰੂਲ ਦੀ ਵਰਤੋਂ ਕਰਕੇ ਆਪਾਂ ਪਤਾ ਕਰ ਸਕਦੇ ਹਾਂ ਕਿ ਜੋ ਮੈਗਨੈਟਿਕ ਫੀਲਡ ਸੈਟਅਪ ਹੋਇਆਗਾ ਉਸ ਦੇ ਕਰਕੇ ਇਸ ਦਾ ਕਿਹੜਾ ਫੇਸ ਜੋ ਹੈ ਨਾਰਥ ਪੋਲ ਹੋਵੇਗਾ, ਕਿਹੜਾ ਫੇਸ ਸਾਊਥ ਪੋਲ ਹੋਵੇਗਾ। ਜੋ ਆਪਣੇ ਕੋਲੇ ਕਰੰਟ ਲੂਪ ਹੈ ਉਸ ਦੇ ਦੋ ਫੇਸ ਨੇ, ਇੱਕ ਇਹ ਵਾਲਾ ਫੇਸ, ਇੱਕ ਇਹ ਵਾਲਾ ਫੇਸ। मान लो आ ਤੁਹਾਡੇ ਸਾਹਮਣੇ ਹੈ, ਇਸ ਦੇ ਵਿੱਚ ਜੋ ਕਰੰਟ ਹੈ, ਠੀਕ ਹੈ, ਇਸ ਤਰਫ ਜਾ ਰਿਹਾ ਹੈ। ਮੰਨ ਲਓ ਕਰੰਟ ਇਸ ਤਰਫ ਜਾ ਰਿਹਾ ਹੈ, ਤਾਂ ਤੁਹਾਡੇ ਵੱਲ ਦੇਖਣ ਤੋਂ ਇਹ ਲੱਗ ਰਿਹਾ ਹੈ ਕਿ ਇਹ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕਰੰਟ ਜਾ ਰਿਹਾ ਹੈ, ਬਟ ਜਦੋਂ ਮੇਰੇ ਪਾਸੇ ਤੋਂ ਦੇਖ ਰਿਹਾ ਤਾਂ ਇਹ ਮੈਨੂੰ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕਰੰਟ ਜਾਂਦਾ ਹੋਇਆ ਦਿਖਾਈ ਦਿੰਦਾ ਹੈ। ਇਸ ਕਰਕੇ ਇੱਕ ਹੀ ਲੂਪ ਨੂੰ ਦੋ ਪਾਸੇ ਤੋਂ ਦੇਖਣ ਤੇ ਜੋ ਕਰੰਟ ਦੀ ਡਾਇਰੈਕਸ਼ਨ ਹੈ ਇੱਕ ਪਾਸੇ ਤੋਂ ਕਲੌਕਵਾਈਜ਼ ਤੇ ਦੂਜੇ ਪਾਸੇ ਤੋਂ ਐਂਟੀ ਕਲੌਕਵਾਈਜ਼ ਨਜ਼ਰ ਆਉਂਦੀ ਹੈ। ਇਸੇ ਕਰਕੇ ਜੋ ਇਸ ਦਾ ਇੱਕ ਫੇਸ ਹੈ ਉਹ ਨਾਰਥ ਪੋਲ ਦਾ ਕੰਮ ਕਰੇਗਾ ਤੇ ਦੂਜਾ ਫੇਸ ਜੋ ਹੈ ਸਾਊਥ ਪੋਲ ਦਾ ਕੰਮ ਕਰੇਗਾ। ਉਹ ਆਪਾਂ ਦੇਖਦੇ ਹਾਂ ਕਿ ਕਿਸ ਰੂਲ ਦੇ ਅਕੋਰਡਿੰਗ ਆਪਾਂ ਇਸ ਦਾ ਨਾਰਥ ਪੋਲ ਤੇ ਸਾਊਥ ਪੋਲ ਡਿਟੈਕਟ ਕਰਨਾ, ਪਤਾ ਕਰਨਾ। ਤਾਂ ਮੰਨ ਲਓ ਆਪਣੇ ਕੋਲੇ ਜੋ ਕਰੰਟ ਹੈ ਉਹ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ, ਤਾਂ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਲਈ ਆਪਾਂ ਇਸ ਤਰ੍ਹਾਂ ਐਰੋ ਬਣਾ ਲਵਾਂਗੇ। ਠੀਕ, ਤਾਂ ਇਸ ਐਰੋਜ਼ ਨੂੰ ਜਦੋਂ ਆਪਾਂ ਇਸ ਤਰ੍ਹਾਂ ਕੰਬਾਈਨ ਕਰਦੇ ਹਾਂ ਤਾਂ ਵਿੱਚ S ਦੀ ਫਾਰਮ ਬਣਦੀ ਹੈ। ਇੱਕ S ਜੋ ਲੈਟਰ ਹੈ ਆਪਣਾ ਬਣਦਾ ਹੈ, ਭਾਵ ਕਿ ਜਦੋਂ ਕਰੰਟ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਫਲੋ ਕਰਦਾ ਹੈ ਕਿਸੇ ਕਰੰਟ ਕੈਰਿੰਗ ਲੂਪ ਦੇ ਵਿੱਚ, ਤਾਂ ਉਹ ਵਾਲਾ ਫੇਸ ਜਿੱਧਰੋਂ ਆਪਾਂ ਨੂੰ ਕਲੌਕਵਾਈਜ਼ ਕਰੰਟ ਦਿਖਾਈ ਦਿੰਦਾ ਹੈ ਜਾਂਦਾ ਹੈ ਉਹ ਜੋ ਪੋਲ ਹੈ ਉਹ ਸਾਊਥ ਪੋਲ ਦਾ ਕੰਮ ਕਰਦਾ ਹੈ। ਉਹ ਵਾਲਾ ਜੋ ਫੇਸ ਹੈ ਉਹ ਪਾਸਾ ਸਾਊਥ ਪੋਲ ਦੀ ਤਰ੍ਹਾਂ ਕੰਮ ਕਰੇਗਾ। ਦੂਜੇ ਪਾਸੇ ਨਾਰਥ ਪੋਲ ਦੀ ਗੱਲ ਕਰਦੇ ਆਪਾਂ, ਜਦੋਂ ਕਰੰਟ ਆਪਾਂ ਨੂੰ ਜਿਸ ਫੇਸ ਤੋਂ ਐਂਟੀ ਕਲੌਕਵਾਈਜ਼ ਜਾਂਦਾ ਹੋਇਆ ਦਿਖਾਈ ਦਿੰਦਾ ਹੈ ਕਰੰਟ, ਤਾਂ ਉੱਥੇ ਵੀ ਆਪਾਂ ਇਸ ਤਰ੍ਹਾਂ ਦੀਆਂ ਦੋ ਕਰੰਟ ਦੀ ਡਾਇਰੈਕਸ਼ਨ ਦੇ ਵਿੱਚ ਦੋ ਲਾਈਨਾਂ ਲਗਾਵਾਂਗੇ ਤੇ ਇਸ ਕਰੰਟ ਦੀ ਡਾਇਰੈਕਸ਼ਨ ਦੀ ਲਾਈਨਾਂ ਲਗਾ ਕੇ ਇਸ ਨੂੰ ਆਪਾਂ ਜੁਆਇਨ ਕਰ ਦਵਾਂਗੇ, ਤਾਂ ਆਪਣੇ ਕੋਲੇ ਇੱਕ N ਲੈਟਰ ਦੇ ਸ਼ੇਪ ਬਣਦੀ ਹੈ, N ਭਾਵ ਨਾਰਥ ਪੋਲ। ਤਾਂ ਜੋ ਇਹ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰ ਰਿਹਾ ਹੋਵੇ ਕੋਇਲ ਵਿੱਚ ਦੀ, ਤਾਂ ਉਹ ਨਾਰਥ ਪੋਲ ਦਾ ਕੰਮ ਕਰਦਾ ਹੁੰਦਾ ਹੈ। ਠੀਕ ਹੈ, ਜਿਹੜੇ ਪਾਸੇ ਤੋਂ ਆਪਾਂ ਨੂੰ ਕਰੰਟ ਐਂਟੀ ਕਲੌਕਵਾਈਜ਼ ਦਿਖਾਈ ਦਿੰਦਾ ਹੈ ਉਹ ਨਾਰਥ ਪੋਲ ਦਾ ਕੰਮ ਕਰੇਗਾ, ਤੇ ਜਿਹੜੇ ਪਾਸੇ ਤੋਂ ਆਪਾਂ ਨੂੰ ਕਰੰਟ ਕਲੌਕਵਾਈਜ਼ ਜਾਂਦਾ ਦਿਖਾਈ ਦਿੰਦਾ ਹੈ ਉਹ ਸਾਊਥ ਪੋਲ ਦਾ ਕੰਮ ਕਰੇਗਾ। ਇੱਕ ਹੀ ਲੂਪ ਜੋ ਦੇ ਦੋ ਪਾਸੇ ਹੁੰਦੇ ਨੇ, ਇੱਕ ਨਾਰਥ ਪੋਲ ਦੀ ਤਰ੍ਹਾਂ ਬਿਹੇਵ ਕਰਦਾ ਹੈ ਤੇ ਦੂਜਾ ਸਾਊਥ ਪੋਲ ਦੀ ਤਰ੍ਹਾਂ ਬਿਹੇਵ ਕਰਦਾ ਹੈ। ਇਸ ਲਈ ਆਪਾਂ ਕਰੰਟ ਕੈਰਿੰਗ ਲੂਪ ਨੂੰ ਆਪਾਂ ਮੈਗਨੈਟਿਕ ਡਾਈਪੋਲ ਕਹਿੰਦੇ ਹਾਂ। ਹੁਣ ਆਪਾਂ ਸਿੱਖਾਂਗੇ ਮੈਗਨੈਟਿਕ ਡਾਈਪੋਲ ਮੂਵਮੈਂਟ ਆਫ ਅ ਕਰੰਟ ਲੂਪ। ਜੋ ਕਰੰਟ ਕੈਰਿੰਗ ਲੂਪ ਹੈ ਉਸਦਾ ਜੋ ਮੈਗਨੈਟਿਕ ਡਾਈਪੋਲ ਮੂਵਮੈਂਟ ਹੁੰਦਾਗਾ ਉਸ ਨੂੰ ਆਪਾਂ ਡਿਫਾਈਨ ਕਰਦੇ ਹਾਂ। ਪਹਿਲਾਂ ਇਟ ਇਜ਼ ਡਿਫਾਈਨਡ ਐਜ਼ ਦਾ ਪ੍ਰੋਡਕਟ ਆਫ ਕਰੰਟ ਇਨ ਦਾ ਲੂਪ
ਐਂਡ ਏਰੀਆ ਆਫ ਦਾ ਲੂਪ। ਤਾਂ ਕੀ ਆ, ਇਸ ਨੂੰ ਆਪਾਂ ਜੋ ਡਿਨੋਟ ਕਰਦੇ ਹਾਂ ਉਹ ਸਮਾਲ m ਵੈਕਟਰ ਦੇ ਨਾਲ ਡਿਨੋਟ ਕਰਦੇ ਹਾਂ ਮੈਗਨੈਟਿਕ ਡਾਈਪੋਲ ਮੂਵਮੈਂਟ ਨੂੰ। ਇਟ ਇਜ਼ ਡਿਫਾਈਨਡ ਐਜ਼ ਦਾ ਪ੍ਰੋਡਕਟ ਆਫ ਕਰੰਟ ਐਂਡ ਏਰੀਆ। ਠੀਕ ਹੈ, ਇਹਦੇ ਪਿੱਛੇ ਪਏਗਾ n ਕੈਪ। n ਕੈਪ ਕੀ ਹੈ, ਡਾਇਰੈਕਸ਼ਨ ਦੱਸਦੀ ਹੈ ਮੈਗਨੈਟਿਕ ਡਾਈਪੋਲ ਮੂਵਮੈਂਟ ਦੀ, ਬਿਕਾਜ਼ ਮੈਗਨੈਟਿਕ ਡਾਈਪੋਲ ਮੂਵਮੈਂਟ ਇਜ਼ ਅ ਵੈਕਟਰ ਕੁਆਂਟੀਟੀ। ਠੀਕ ਹੈ, ਮੈਗਨੈਟਿਕ ਡਾਈਪੋਲ ਮੂਵਮੈਂਟ ਇਜ਼ ਅ ਵੈਕਟਰ ਕੁਆਂਟੀਟੀ। ਜੇ ਆਪਾਂ ਇਸ ਨੂੰ ਮੈਗਨੀਟਿਊਡ ਦੇ ਵਿੱਚ ਲਿਖਣਾ ਹੋਵੇ, ਇਨ ਮੈਗਨੀਟਿਊਡ ਤਾਂ m ਇਜ਼ ਇਕੁਅਲ ਟੂ ਕਰੰਟ ਇਨਟੂ ਏਰੀਆ। ਠੀਕ, ਸਿੰਪਲੀ ਆਪਾਂ ਇਸ ਨੂੰ ਲਿਖ ਸਕਦੇ ਹਾਂ ਇਸ ਤਰ੍ਹਾਂ, ਕਰੰਟ ਮਲਟੀਪਲਾਈਡ ਬਾय ਏਰੀਆ ਆਫ ਲੂਪ। ਹੁਣ ਮੰਨ ਲਓ ਕਿ ਜੋ ਆਪਣੀ ਕਰੰਟ ਕੈਰਿੰਗ ਲੂਪ ਹੈ ਇਸ ਤਰ੍ਹਾਂ ਦੀ, ਠੀਕ, ਇਸ ਦੇ ਵਿੱਚ ਕਰੰਟ ਫਲੋ ਕਰ ਰਿਹਾ ਹੈ, ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਕਰੰਟ, ਤੇ ਇਸ ਲੂਪ ਦਾ ਜੋ ਰੇਡੀਅਸ ਹੈ ਉਹ ਹੈ r, ਸਮਾਲ r। ਲੈਟ r is radius of the loop। जो a है वो की है, एरिया ऑफ द लूप। I की है करंट फ्लोइंग इन द लूप। ठीक, ਤਾਂ ਆਪਾਂ ਏਰੀਆ ਨੂੰ ਕਿਵੇਂ ਲਿਖ ਸਕਦੇ ਹਾਂ, ਰੇਡੀਅਸ ਦੀ ਫਾਰਮ ਦੇ ਵਿੱਚ। ਆਪਣੇ ਕੋਲ ਰੇਡੀਅਸ ਆਫ ਸਰਕੂਲਰ ਫਾਰਮ ਦੇ ਵਿੱਚ ਆ ਜੋ ਆਪਣੇ ਕੋਲ ਲੂਪ ਹੈ, ਕੁਆਇਲ ਹੈ, ਤਾਂ ਇਸ ਦਾ ਏਰੀਆ ਹੋ ਜਾਵੇਗਾ ਪਾਈ r ਸਕੁਅਰ। ਤਾਂ ਆਪਾਂ ਇਸ ਫਾਰਮੂਲੇ ਦੇ ਵਿੱਚ ਪੁੱਟ ਕਰ ਸਕਦੇ ਹਾਂ ਤੇ ਇਸ ਨੂੰ ਲਿਖ ਸਕਦੇ ਹਾਂ m ਇਜ਼ ਇਕੁਅਲ ਟੂ i ਇਨਟੂ ਪਾਈ r ਸਕੁਅਰ। ਤਾਂ ਇਹ ਆਪਣੇ ਕੋਲੇ ਹੋ ਗਿਆ ਮੈਗਨੈਟਿਕ ਡਾਈਪੋਲ ਮੂਵਮੈਂਟ ਆਫ ਏ ਕਰੰਟ ਕੈਰਿੰਗ ਲੂਪ। ਠੀਕ ਹੈ, ਇਹ ਆਪਣੇ ਕੋਲ ਡਾਈਪੋਲ ਮੂਵਮੈਂਟ ਦਾ ਫਾਰਮੂਲਾ ਹੈ। ਇਹ ਹੈਗਾ स्केलर फॉर्म दे विच, वेक्टर फॉर्म इसदी ए वाली है, वेक्टर फॉर्म दे विच मैग्नेटिक डाइपोल मोमेंट ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, इट इज ए वेक्टर क्वांटिटी। ਜੇ ਆਪਾਂ ਇਹਦੀ डायरेक्शन ਦੇਖਣੀ ਹੋਵੇ, डायरेक्शन ਦੇਖਣ ਵਾਸਤੇ ਆਪਾਂ डायरेक्शन ऑफ मैग्नेटिक डाइपोल मोमेंट, ਇਹ डायरेक्शन ਦੇਖਣ ਵਾਸਤੇ ਆਪਾਂ ਜੋ ਰੂਲ ਯੂਜ਼ ਕਰਦੇ ਹਾਂ ਉਹ ਹੈ ਰਾਈਟ हैंड थंब रूल। राइट हैंड थंब रूल यूज करके ਆਪਾਂ मैग्नेटिक डाइपोल मोमेंट की डायरेक्शन पता कर सकते हैं। फॉर एग्जांपल मान लो अपने कोले जो एक करंट कैरिंग लूप है, ठीक है, इस तरह की, इस दे विच जो करंट जा रहा है इस तरह जा रहा है, ऊपर तो देख रहा, मान लो मैं ऊपर तो देख रहा था करंट इस तरह एंटी क्लॉकवाइज डायरेक्शन में जा रहा है, इस तरह करंट जा रहा है, एक करंट की डायरेक्शन है। ठीक है, तो राइट हैंड थंब रूल की है कि जो अपने फिंगर्स ने उन्होंने करंट की डायरेक्शन दे विच कर्ल करो, मोड़ो, ते जो तुम्हारा थंब है इट विल गिव यू द डायरेक्शन ऑफ मैग्नेटिक डाइपोल मोमेंट। तो इस केस दे विच जो करंट इस तरह जा रहा है तो आप अपने फिंगर्स कर्ल करांगे तो अपने को जो थंब की डायरेक्शन है वो ये आ गई, दिस इज द मैग्नेटिक डाइपोल मोमेंट वेक्टर। दूसरी डायरेक्शन दे विच आपां की कर सकते हैं, जे मान लो अपने को जो करंट है वो क्लॉकवाइज डायरेक्शन दे विच जा रहा है, भाव इस तरह करंट जा रहा है, ठीक है, इस तरह करंट सर्कुलेट कर रहा है, तो आपां अपनी जो फिंगर्स ने राइट हैंड दी, ठीक है, राइट हैंड थंब रूल वाले आपां राइट हैंड यूज करना, राइट हैंड दी जो फिंगर्स ने आपां कर्ल करांगे इन द डायरेक्शन ऑफ करंट, सो थंब विल गिव यू द डायरेक्शन ऑफ मैग्नेटिक डाइपोल मोमेंट। सो दिस इज द डायरेक्शन ऑफ मैग्नेटिक डाइपोल मोमेंट। ये है अपने कोले करंट कैरिंग लूप का मैग्नेटिक डाइपोल मोमेंट का फार्मूला, ये मैग्नीट्यूड दे विच, ये है वेक्टर फॉर्म दे विच, ये है इन मैग्नीट्यूड। ठीक, हुण आपां गल करदे हां इस मैग्नेटिक डाइपोल मोमेंट दी यूनिट्स दी। SI यूनिट की ने इस दियां, देखो फार्मूला अपने कोले है m is equal to current into area। so SI यूनिट की आ जाएंगे इस दियां, करंट दी यूनिट होती है एम्पीयर ते एरिया दी यूनिट होती है मीटर स्क्वायर। so this is its SI यूनिट, एम्पीयर मीटर स्क्वायर। जे ਆਪਾਂ ਇਸ ਦਾ ਡਾਈਮੈਂਸ਼ਨਲ ਫਾਰਮੂਲਾ ਲਿਖਣਾ ਹੋਵੇ, ਡਾਈਮੈਂਸ਼ਨਲ ਫਾਰਮੂਲਾ ਵੀ ਆਪਾਂ ਲਿਖ ਸਕਦੇ ਹਾਂ ਕਿ ਡਾਈਮੈਂਸ਼ਨਲ ਫਾਰਮੂਲਾ वो अपने को आ जाएगा
m0l2t0a, ये इसका डायमेंशनल फार्मूला है। प्यारे विद्यार्थियों, सानू पता है कि जो इलेक्ट्रॉन्स ਹਨ ਉਹ ਐਟਮ ਦੇ ਵਿੱਚ ਘੁੰਮਦੇ ਰਹਿੰਦੇ ਹਨ ਨਿਊਕਲੀਅਸ ਦੇ ਆਲੇ ਦੁਆਲੇ। ਸੋ ਕੀ ਹੁੰਦਾ ਹੈ, ਜੋ ਨਿਊਕਲੀਅਸ ਦੇ ਆਲੇ ਦੁਆਲੇ ਇੱਕ ਫਿਕਸਡ ਆਰਬਿਟ ਦੇ ਵਿੱਚ ਉਹ ਚੱਕਰ ਲਗਾਉਂਦੇ ਹਨ ਤੇ ਉਸ ਕਰਕੇ ਕੀ ਹੁੰਦਾ ਹੈ, ਇੱਕ ਕਰੰਟ ਪੈਦਾ ਹੋ ਜਾਂਦਾ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਜੋ ਵੀ ਮੂਵਿੰਗ ਚਾਰਜ ਪਾਰਟੀਕਲ ਹੁੰਦਾ ਹੈ, ਚਾਹੇ ਉਹ ਇਲੈਕਟ੍ਰੋਨ ਹੋਵੇ ਜਾਂ ਕੋਈ ਹੋਰ ਚਾਰਜ ਪਾਰਟੀਕਲ ਹੋਵੇ, ਜਦੋਂ ਵੀ ਉਹ ਮੂਵ ਕਰਦਾ ਵਿਦ ਰਿਸਪੈਕਟ ਟੂ ਟਾਈਮ ਤਾਂ ਉਹਦੇ ਨਾਲ ਕਰੰਟ ਪੈਦਾ ਹੁੰਦਾ ਹੈ। ਤਾਂ ਇਸ ਕੇਸ ਦੇ ਵਿੱਚ ਕੀ ਹੈ, ਜੋ ਇਲੈਕਟ੍ਰੋਨ ਹਨ ਉਹ ਇਸ ਤਰ੍ਹਾਂ ਰਿਵੋਲਵ ਕਰ ਰਹੇ ਹਨ। ਮੰਨ ਲਓ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਜੋ ਇਲੈਕਟ੍ਰੋਨ ਘੁੰਮ ਰਹੇ ਹਨ ਨਿਊਕਲੀਅਸ ਦੇ ਆਲੇ ਦੁਆਲੇ, ਠੀਕ। ਆਪਾਂ ਨੇ ਇਲੈਕਟ੍ਰੋਨ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਇਲੈਕਟ੍ਰੋਨ ਘੁੰਮ ਰਹੇ ਹਨ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ, ਤਾਂ ਜੋ ਕਰੰਟ ਪੈਦਾ ਹੋਵੇਗਾ ਉਹ ਹੁੰਦਾ ਆਪੋਜ਼ਿਟ ਟੂ ਦਾ ਡਾਇਰੈਕਸ਼ਨ ਆਫ ਮੋਸ਼ਨ ਆਫ ਦਾ ਇਲੈਕਟ੍ਰੋਨਸ। ਤਾਂ ਮਤਲਬ ਕੀ ਹੈ, ਇਲੈਕਟ੍ਰੋਨਸ ਹਨ ਜੋ ਉਹ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਘੁੰਮ ਰਹੇ ਹਨ, ਤਾਂ ਇਹਨਾਂ ਕਰਕੇ ਜੋ ਕਰੰਟ ਪੈਦਾ ਹੋਵੇਗਾ ਉਹ ਇਸ ਦੇ ਆਪੋਜ਼ਿਟ ਹੋਵੇਗਾ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ। ਤਾਂ ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਜੋ ਇਲੈਕਟ੍ਰੋਨਸ ਘੁੰਮ ਰਹੇ ਹਨ ਨਿਊਕਲੀਅਸ ਦੇ ਆਲੇ ਦੁਆਲੇ ਇੱਕ ਐਟਮ ਦੇ ਵਿੱਚ, ਤਾਂ ਉਹ ਕੀ ਕਰ ਰਹੇ ਨੇ, ਉਹਨਾਂ ਕਰਕੇ ਇੱਕ ਕਰੰਟ ਪੈਦਾ ਹੋ ਰਿਹਾ ਹੈਗਾ। ਕਰੰਟ ਕੈਰਿੰਗ ਲੂਪ ਦੀ ਤਰ੍ਹਾਂ ਉਹ ਆਪਾਂ ਨੂੰ ਦਿਖਾਈ ਦੇ ਰਹੀ ਹੈ, ਠੀਕ ਹੈ। ਤਾਂ ਕਰੰਟ ਕੈਰਿੰਗ ਲੂਪ ਦੀ ਤਰ੍ਹਾਂ ਹੀ ਉਹ ਬਿਹੇਵ ਕਰੇਗੀ ਤੇ ਉਹਦਾ ਵੀ ਕੋਈ ਨਾ ਕੋਈ ਕੀ ਹੋਵੇਗਾ, ਮੈਗਨੈਟਿਕ ਡਾਈਪੋਲ ਮੂਵਮੈਂਟ ਹੋਵੇਗਾ, ठीक है। करंट पैदा हो गया, इलेक्ट्रॉन दे रिवॉल्व करने नाल करंट पैदा होंदा है। और छोटे छोटे जो टाइनी जो रिवॉल्विंग इलेक्ट्रॉन्स ने जो घूम रहे हैं छोटे छोटे ऑर्बिट्स दे विच, वो छोटे छोटे ऑर्बिट्स ने जो वो टाइनी यानी कि छोटे लूप्स का काम करनगे, टाइनी लूप्स की तरह काम करनगे, छोटियां लूप्स का काम करनगे, भाव उन्हां दा भी कोई मैग्नेटिक डाइपोल मूवमेंट होवेगा। ਹੁਣ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਜੋ ਇਲੈਕਟ੍ਰੋਨਸ ਹਨ ਉਹ ਨਿਊਕਲੀਅਸ ਦੇ ਆਲੇ ਦੁਆਲੇ ਐਟਮ ਦੇ ਵਿੱਚ ਉਹ ਵੀ ਚੱਕਰ ਲਗਾਉਂਦੇ ਨੇ, ਜਿਸ ਕਰਕੇ ਉਹਨਾਂ ਦਾ ਹੁੰਦਾਗਾ ਮੈਗਨੈਟਿਕ ਡਾਈਪੋਲ ਮੂਵਮੈਂਟ। ਉਸ ਨੂੰ ਆਪਾਂ ਕਹਿੰਦੇ ਆਪਾਂ ਆਰਬਿਟਲ ਮੈਗਨੈਟਿਕ ਮੂਵਮੈਂਟ, ਠੀਕ ਹੈ। ਇਸ ਨੂੰ ਆਪਾਂ ਡਿਨੋਟ ਕਰਦੇ ਹਾਂ ਮਿਊ ਐਲ ਨਾਲ, ਮਿਊ ਦੇ ਪੈਰ 'ਚ ਐਲ। ਦੂਜਾ ਇਲੈਕਟ੍ਰੋਨਸ ਦਾ ਹੁੰਦਾ ਹੈ ਆਪਣੇ ਕੋਲੇ स्पिन मैग्नेटिक मूवमेंट, जिसनूं आपां म्यू एस नाल डिनोट करदे हां। ਇਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਆਪਾਂ ਨੇ ਕੇਵਲ ਆਰਬਿਟਲ ਮੈਗਨੈਟਿਕ ਮੂਵਮੈਂਟ ਦਾ ਐਕਸਪ੍ਰੈਸ਼ਨ ਪਤਾ ਕਰਨਾ ਹੈ ਜੋ ਕਿ ਆਪਣੇ ਸਿਲੇਬਸ ਦੇ ਵਿੱਚ ਹੈ। ਤਾਂ ਆਪਾਂ ਇਸ ਆਰਟੀਕਲ ਦੇ ਵਿੱਚ ਅੱਜ ਦੇ ਇਸ ਟੌਪਿਕ ਦੇ ਵਿੱਚ ਆਰਬਿਟਲ ਮੈਗਨੈਟਿਕ ਮੂਵਮੈਂਟ ਆਫ ਇਲੈਕਟ੍ਰੋਨ ਆਫ ए ਰਿਵੋਲਵਿੰਗ ਇਲੈਕਟ੍ਰੋਨ ਪਤਾ ਕਰਨਾ ਹੈ, ਉਸ ਦਾ ਐਕਸਪ੍ਰੈਸ਼ਨ ਯਾਨੀ ਕਿ ਫਾਰਮੂਲਾ ਬਣਾਉਣਾ ਹੈ। तो आप स्टार्ट करते हैं। सब तो पहला आप की करते हैं, लेट अस कंसीडर दैट इलेक्ट्रॉन इज रिवॉल्विंग in anti-clockwise direction। ये अपन ने लेट कर लिया स्टार्टिंग दे विच, ठीक। जे इलेक्ट्रॉन एंटी क्लॉकवाइज डायरेक्शन दे विच घूमदे हन तां करंट किस डायरेक्शन दे विच होगा, क्लॉकवाइज डायरेक्शन दे विच। और अपन ने की लेट करना का मास ऑफ इलेक्ट्रॉन, एक अपन लेट करना me is the mass of electron, v is the velocity of electron, ठीक। r is the radius, जिस रेडियस दे विच इलेक्ट्रॉन घूम रहा वो r रेडियस है, r is the radius of the orbit, ठीक है। जिस ऑर्बिट ਦੇ ਵਿੱਚ ਘੁੰਮ ਰਿਹਾ ਉਸ ਦਾ ਰੇਡੀਅਸ r ਹੈ। ਇਹ ਆਪਾਂ ਨੇ ਕੰਸੀਡਰ ਕਰ ਲਿਆ ਚੀਜ਼ਾਂ। ਤੇ ਇਲੈਕਟ੍ਰੋਨ ਤੇ ਚਾਰਜ ਕਿੰਨਾ ਹੁੰਦਾਗਾ, E is the charge on ਕਲੀਅਰ ਹੈ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਐਂਗੂਲਰ ਮੋਮੈਂਟਮ ਤੋਂ। We know that the angular momentum of a revolving electron is given by angular momentum is given by
ਕੀ ਹੁੰਦਾ L ਵੈਕਟਰ ਇਜ਼ ਇਕੁਅਲ ਟੂ R ਵੈਕਟਰ ਕ੍ਰਾਸ P ਵੈਕਟਰ। P ਹੁੰਦਾ ਆਪਣੇ ਕੋਲੇ ਲੀਨੀਅਰ ਮੋਮੈਂਟਮ, ਠੀਕ ਹੈ, ਤਾਂ ਉਸ ਦਾ ਜੋ R ਦੇ ਨਾਲ ਕ੍ਰਾਸ ਕਰਕੇ ਆਪਣੇ ਕੋਲੇ ਐਂਗੂਲਰ ਮੋਮੈਂਟਮ ਆਉਂਦਾ ਹੈ। P ਦੀ ਵੈਲਿਊ ਹੁੰਦੀ ਹੈ mv, ਤਾਂ ਆਪਾਂ ਇੱਥੇ ਵੈਲਿਊ ਪੁੱਟ ਕਰਾਂਗੇ R ਕ੍ਰਾਸ P ਹੁੰਦਾ ਆਪਣੇ ਕੋਲੇ ਮਾਸ ਇਨਟੂ ਵੈਲੋਸਿਟੀ। ਕਿਉਂਕਿ ਆਪਾਂ ਇਲੈਕਟ੍ਰੋਨ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਮਾਸ ਆਫ ਇਲੈਕਟ੍ਰੋਨ ਤੇ ਮਾਸ ਵੈਲੋਸਿਟੀ ਆਫ ਇਲੈਕਟ੍ਰੋਨ ਹੀ ਅਸਿਊਮ ਕਰਾਂਗੇ, ਤੇ R ਜੋ ਹੈ ਰੇਡੀਅਸ ਆਫ ਦਾ ਆਰਬਿਟ ਹੈ ਜਿਸ ਦੇ ਵਿੱਚ ਇਲੈਕਟ੍ਰੋਨ ਘੁੰਮ ਰਿਹਾ ਹੈ। ਤਾਂ ਇਹ ਆਪਣੇ ਕੋਲੇ ਆ ਗਿਆ L ਵੈਕਟਰ, ਠੀਕ। ਜੇ ਆਪਾਂ ਇਸ ਨੂੰ ਮੈਗਨੀਟਿਊਡ ਦੇ ਵਿੱਚ ਲਿਖਣਾ ਹੋਵੇ ਤਾਂ ਵੈਕਟਰ ਫਾਰਮ ਹੈ ਇਨ ਮੈਗਨੀਟਿਊਡ। L ਨੂੰ ਆਪਾਂ ਲਿਖ ਸਕਦੇ ਹਾਂਗੇ mvr, ਠੀਕ। ਮਾਸ ਆਫ ਇਲੈਕਟ੍ਰੋਨ ਕਰਕੇ ਉਹਦੇ ਪੈਰ ਦੇ ਵਿੱਚ ਆਪਾਂ ਨੇ ਸਬਸਕ੍ਰਿਪਟ ਪਾ ਦੇਣਾ ਹੈ E ਪਾ ਦੇਣਾ ਫॉर ਇਲੈਕਟ੍ਰੋਨ। ਇੱਥੋਂ ਆਪਾਂ ਇੱਕ ਟਰਮ ਪਤਾ ਕਰ ਲੈਣੇ ਆ v r, v ਤੇ r ਦੀ ਮਲਟੀਪਲਾਈ ਪਤਾ ਕਰ ਲੈਣੇ ਆ, ਉਹ ਆਪਣੇ ਕੋਲ ਆ ਗਿਆ L ਡਿਵਾਈਡ ਬਾਈ me, ਠੀਕ ਹੈ। ਇਹ ਆਪਾਂ ਨੇ ਪਤਾ ਕਰਕੇ ਰੱਖ ਲਿਆ, ਇਹ ਹੈ ਕੁਐਸਚਨ ਨੰਬਰ 1। ਇਸ ਤੋਂ ਬਾਅਦ ਆਪਾਂ ਨੇ ਕਰੰਟ ਪਤਾ ਕਰਨਾ ਹੈ। ਕਰੰਟ ਦਾ ਜੋ ਫਾਰਮੂਲਾ ਹੈ ਉਹ ਹੁੰਦਾ ਹੈ ਚਾਰਜ ਡਿਵਾਈਡਡ ਬਾਈ ਟਾਈਮ। ਇੱਥੇ ਜੋ T ਹੈ ਕੈਪੀਟਲ T ਹੈ ਉਹ ਟਾਈਮ ਪੀਰੀਅਡ ਆਫ ਦਾ ਰਿਵੋਲਵਿੰਗ ਇਲੈਕਟ੍ਰੋਨ ਹੈ, ਮਤਲਬ ਕਿ ਇੱਕ ਜੋ ਆਰਬਿਟ ਹੈ ਉਹ ਕਿੰਨੇ ਟਾਈਮ ਦੇ ਵਿੱਚ ਪੂਰਾ ਕਰਦਾ ਹੈ, ਉਹ ਹੈ ਟਾਈਮ ਪੀਰੀਅਡ ਆਫ ਦਾ ਰਿਵੋਲਵਿੰਗ ਇਲੈਕਟ੍ਰੋਨ। ਇੱਥੇ ਆਪਾਂ ਲਿਖ ਲੈਣਾ T ਇਜ਼ ਦਾ ਟਾਈਮ ਪੀਰੀਅਡ ਆਫ ਆਰਬਿਟ, ਠੀਕ ਹੈ। ਇੱਕ ਆਰਬਿਟ ਦਾ ਇੱਕ ਚੱਕਰ ਪੂਰਾ ਕਰਨ ਨੂੰ ਕਿੰਨਾ ਟਾਈਮ ਲੱਗਦਾ, ਤਾਂ ਇੱਥੇ ਆਪਣੇ ਕੋਲੇ ਇੱਕ ਚੱਕਰ ਨੂੰ ਪੂਰਾ ਕਰਨ ਦੇ ਵਿੱਚ ਜੋ ਟਾਈਮ ਲੱਗਦਾ ਹੈ ਇਹ ਇਲੈਕਟ੍ਰੋਨ ਹੈ, ਠੀਕ। ਇਲੈਕਟ੍ਰੋਨ ਦੀ ਡਾਇਰੈਕਸ਼ਨ ਇਹ ਹੈ ਐਂਟੀ ਕਲੌਕਵਾਈਜ਼, ਬਟ ਕਰੰਟ ਦੀ ਡਾਇਰੈਕਸ਼ਨ ਇਹ ਹੈ ਕਲੌਕਵਾਈਜ਼। ਤਾਂ ਇੱਕ ਚੱਕਰ ਪੂਰਾ ਕਰਨ ਦੇ ਵਿੱਚ 2 ਪਾਈ r ਸਰਕਮਫਰੈਂਸ ਹੋਗੀ ਜੇਕਰ ਇਸ ਦਾ ਰੇਡੀਅਸ r ਹੈ, ਤਾਂ ਆਪਾਂ ਇਸੇ t ਨੂੰ ਲਿਖ ਸਕਦੇ ਹਾਂ ਕਿ t ਇਜ਼ ਇਕੁਅਲ ਟੂ ਕਾਦੇ ਬਰਾਬਰ ਹੋਊਗਾ ਆਪਣੇ ਕੋਲੇ 2 ਪਾਈ r ਬਾਈ v, ਠੀਕ ਹੈ। ਟਾਈਮ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ ਡਿਸਟੈਂਸ ਓਵਰ ਵੈਲੋਸਿਟੀ, ਤਾਂ ਡਿਸਟੈਂਸ 2 ਪਾਈ r ਵੈਲੋਸਿਟੀ v। ਇੱਥੋਂ ਆਪਣੇ ਕੋਲੇ t ਦੀ ਵੈਲਿਊ ਆਪਾਂ ਇਸ ਵਿੱਚ ਪੁੱਟ ਕਰ ਦਾਂਗੇ, ਤਾਂ i ਆਪਣੇ ਕੋਲੇ ਆ ਗਿਆ e ਓਵਰ t ਦੀ ਜਗ੍ਹਾ ਤੇ ਆਪਾਂ 2 ਪਾਈ r ਇਨਟੂ v ਉੱਪਰ ਚਲਾ ਗਿਆ, ਠੀਕ ਹੈ। ਇਹ ਆਪਣੇ ਕੋਲੇ ਆ ਗਈ ਕਰੰਟ ਦੀ ਵੈਲਿਊ, ਇਕੁਏਸ਼ਨ ਨੰਬਰ 2। ਨਾਓ ਆਪਾਂ ਨੇ ਜੋ ਪਤਾ ਕਰਨਾ ਹੈ ਉਹ ਪਤਾ ਕਰਨਾ ਹੈ ਮੈਗਨੈਟਿਕ ਡਾਈਪੋਲ ਮੋਮੈਂਟ ਆਫ ਅ ਰਿਵੋਲਵਿੰਗ ਇਲੈਕਟ੍ਰੋਨ। ਮੈਗਨੈਟਿਕ ਡਾਈਪੋਲ ਮੋਮੈਂਟ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ ਕੀ ਹੁੰਦਾ ਹੈ। ਮੈਗਨੈਟਿਕ ਡਾਈਪੋਲ ਮੋਮੈਂਟ ਦਾ ਫਾਰਮੂਲਾ mu L is equal to ਕਾਦੇ ਬਰਾਬਰ ਆ ਜਾਏਗਾ ਕਰੰਟ ਇਨਟੂ ਏਰੀਆ, ਠੀਕ। mu L is equal to ਕਰੰਟ ਇਨਟੂ ਏਰੀਆ, ਇਹ ਡੈਫੀਨੇਸ਼ਨ ਹੈ। ਇੱਥੇ ਆਪਣੇ ਕੋਲੇ I ਦੀ ਵੈਲਿਊ ਇਹ ਪੁੱਟ ਕਰਾਂਗੇ ਫਰੋਮ ਇਕੁਏਸ਼ਨ ਨੰਬਰ 2 EV over 2 pi r into A ਹੁੰਦਾ ਏਰੀਆ ਆਫ ਦਾ ਲੂਪ। ਜਿਸ ਆਰਬਿਟ ਦੇ ਵਿੱਚ ਇਲੈਕਟ੍ਰੋਨ ਰਿਵੋਲਵ ਕਰ ਰਿਹਾ ਉਸ ਦਾ ਏਰੀਆ ਕਿੰਨਾ ਹੋ ਜਾਊਗਾ ਉਸ ਲੂਪ ਦਾ ਪਾਈ r ਸਕੁਅਰ। ਤਾਂ r ਨਾਲ r ਕੈਂਸਲ ਆਊਟ ਹੋ ਜੂ, ਇੱਕ ਪਾਈ ਨਾਲ ਪਾਈ ਕੈਂਸਲ ਆਊਟ ਹੋ ਜੂਗਾ, ਤਾਂ ਆਪਣੇ ਕੋਲੇ ਆ ਜਾਏਗਾ EV r over 2 EVR over 2, ठीक है। ये अपने कोले mu L आ रहा है। ਹੁਣ ਜੋ VR ਹੈ ਇੱਥੇ ਇਸ ਦੀ ਵੈਲਿਊ ਆਪਾਂ ਇਕੁਏਸ਼ਨ ਨੰਬਰ 1 ਤੋਂ ਪੁੱਟ ਕਰ ਦੇਵਾਂਗੇ। ਇੱਥੇ ਫਰੋਮ ਇਕੁਏਸ਼ਨ ਨੰਬਰ 1 ਵੀ ਗੈਟ ਕੀ ਆ ਜਾਏਗਾ ਇੱਥੇ E into VR ਦੀ ਜਗ੍ਹਾ ਤੇ ਆਪਾਂ ਲਿਖ ਲਿਆ L over ME ਤੇ ਨਾਲ 2 ਹੈਗਾ, ਤਾਂ mu L ਆਪਣੇ ਕੋਲੇ ਆ ਗਿਆ EL over 2ME। ਇਹ ਆਪਣੇ ਕੋਲੇ ਆ ਗਿਆ ऑर्बिटल मैग्नेटिक मूवमेंट ऑफ द रिवॉल्विंग इलेक्ट्रॉन। ये हैगा मैग्नीट्यूड दी फॉर्म दे विच। जे आपां वेक्टर फॉर्म दे विच लिखना होवे तां आपां लिखांगे म्यू एल वेक्टर इज इक्वल टू माइनस ऑफ E over 2ME into L वेक्टर। डायरेक्शन इलेक्ट्रॉन दे केस दे विच ऑपोजिट हुंदी आ एंगुलर मोमेंटम L ते डायपोल मोमेंट म्यू एल दी। क्यों? क्योंकि आप इत्थे डायग्राम दे विच भी देख सकते हैं जो अपने कोले एंगुलर मोमेंटम है उसकी डायरेक्शन की आई सी आप देख सकते हैं। किवें देख सकते हैं कि एंगुलर मोमेंटम का फार्मूला अपने कोले है r क्रॉस mv यानी कि r क्रॉस v ते r अपने कोले इस डायरेक्शन दे विच है, वेलोसिटी ऑफ इलेक्ट्रॉन इस पॉइंट ते इस डायरेक्शन दे विच है
तो आर क्रॉस बी करके जो डायरेक्शन आई है वो ये आई है, आर क्रॉस जे, ठीक है, आर क्रॉस बी करके अपने को जो डायरेक्शन आई है वो ए आई है। तो आडे वाल इस तरह मैं इसमें इतने इस तरह लिख रहा हूँ, ये तो आडे वाल है एल वेक्टर। दूजे पासे जो करंट की डायरेक्शन है वो है क्लॉकवाइज। तो करंट इस तरह है, करंट तो ਆਪਾਂ जो मैग्नेटिक डाइपोल मोमेंट है उसकी डायरेक्शन किवें देखते हैं ਆਪਾਂ राइट हैंड थंब रूल ਨਾਲ। करंट इस तरह है तो मैग्नेटिक डाइपोल मोमेंट किधर होगा, नीचे अंदर ਨੂੰ इनटू द पेज, ठीक है। तो उस मैं इस तरह दिखा रहा हूं। तो म्यू एल ते एल की नेगे ऑपोजिट होणगे। जेकर अपने कोले लूप इस तरह है, इस तरह है अपने कोले, जे इस दे विच इलेक्ट्रॉन इस तरह रिवॉल्व कर रहे हैं तो करंट इस दे ऑपोजिट रिवॉल्व करेगा, ठीक है, सर्कुलेट होवेगा क्लॉकवाइज डायरेक्शन दे विच। ਤਾਂ ਇਸ ਕੇਸ ਦੇ ਵਿੱਚ ਆਪਣੇ ਕੋਲੇ ਜੋ एंगुलर मोमेंटम है उसकी डायरेक्शन होगी ਤੁਹਾਡੇ ਵੱਲ ਨੂੰ, ठीक है, एल वेक्टर। ਤੇ जो मैग्नेटिक डाइपोल मोमेंट है ऑर्बिटल मैग्नेटिक मोमेंट उसकी डायरेक्शन होगी ऑपोजिट टू एल वेक्टर, ठीक है। ये ਆਪਾਂ ਨੇ ਇਥੋਂ ਦੇਖਿਆ ਹੈ डायरेक्शन ਦੇ ਵਿੱਚ, ਤਾਂ ਕਰਕੇ ਇੱਥੇ ਜੋ ਮਾਈਨਸ ਸਾਈਨ ਆਇਆ ਹੈਗਾ ਇਹ ਇਲੈਕਟ੍ਰੋਨ ਦੇ ਕੇਸ ਦੇ ਵਿੱਚ। ਜੇ ਆਪਣੇ ਕੋਲ ਹੋਵੇ ਕੋਈ ਪੋਜ਼ਿਟਿਵ ਚਾਰਜ ਪਾਰਟੀਕਲ, ਜੇ ਉਹ ਰਿਵੋਲਵ ਕਰ ਰਿਹਾ ਹੈ, ਜੇ ਆਪਾਂ ਉਹਦਾ ਪਤਾ ਕਰਨਾ ਹੋਵੇ, ਇਲੈਕਟ੍ਰੋਨ ਦੇ ਕੇਸ ਦੀ ਗੱਲ ਨਹੀਂ ਕਰ ਰਹੇ, ਤਾਂ ਪੋਜ਼ਿਟਿਵ ਚਾਰਜ ਦੇ ਕੇਸ ਦੇ ਵਿੱਚ ਕੀ ਹੁੰਦਾ, ਕਰੰਟ ਦੀ ਡਾਇਰੈਕਸ਼ਨ ਸੇਮ ਹੁੰਦੀ ਹੈ। ਕਨਵੈਨਸ਼ਨਲ ਕਰੰਟ ਇਜ਼ ਸੇਮ ਇਨ ਦਾ ਡਾਇਰੈਕਸ਼ਨ ਆਫ ਪੋਜ਼ਿਟਿਵ ਚਾਰਜ ਮੋਸ਼ਨ। ਜਿੱਧਰ ਨੂੰ ਪੋਜ਼ਿਟਿਵ ਚਾਰਜ ਮੂਵ ਕਰਦਾ ਉਸੇ ਡਾਇਰੈਕਸ਼ਨ ਦੇ ਵਿੱਚ ਕਰੰਟ ਹੁੰਦਾ ਹੈ, ਜੇ ਪੋਜ਼ਿਟਿਵ ਚਾਰਜ ਦੀ ਗੱਲ ਕਰੀਏ। ਜੇ ਨੈਗੇਟਿਵ ਚਾਰਜ ਜਾਂ ਇਲੈਕਟ੍ਰੋਨ ਦੀ ਗੱਲ ਕਰੀਏ ਤਾਂ ਉਸਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦਾ, ਤਾਂ ਕਰਕੇ ਇੱਥੇ ਮਾਈਨਸ ਸਾਈਨ ਆਇਆ। ਤਾਂ ਸੋ ਇਹ ਆਪਾਂ ਨੇ ਫਾਰਮੂਲਾ ਜੋ ਹੈ ਇਹ ਡਿਰਾਈਵ ਕਰਨਾ ਸੀਗਾ। ਇਸ ਤੋਂ ਅੱਗੇ ਵੀ ਥੋੜਾ ਜਿਹਾ ਆਪਾਂ ਨੇ ਸੋਲਵ ਕਰਨਾ ਹੈ, ਉਹ ਆਪਾਂ ਦੇਖਦੇ ਹਾਂ। इक्वेशन नंबर 3 तो अपने को की आ गया म्यू एल एल। जेकर एल ਨੂੰ मैं इधर डिवाइड कर देवां तो अपने को आ जाएगा म्यू एल ओवर एल इज इक्वल टू ई बाय 2 एम ई। एक कांस्टेंट अपने को आ जाता है जेकर आप इसकी वैल्यूज पुट करिए। ई इलेक्ट्रॉन के जो चार्ज होता है 1.6 × 10⁻⁻19 divided by 2 into mass of electron ਹੁੰਦਾ ਆਪਣੇ ਕੋਲ 9.11 into 10⁻⁻31। ਇਹਨੂੰ ਸੋਲਵ ਕਰਕੇ ਜੋ ਆਪਣੇ ਕੋਲ ਆ ਜਾਂਦਾ ਹੈ ਉਹ ਆ ਜਾਂਦਾ ਹੈ 8.8 into 10⁻10 ਕੂਲਮ ਪਰ ਕਿਲੋਗ੍ਰਾਮ। ਇਹ ਇੱਕ ਕਾਂਸਟੈਂਟ ਟਰਮ ਆਪਣੇ ਕੋਲ ਆ ਜਾਂਦੀ ਹੈ। ਇਸ ਨੂੰ ਕਹਿੰਦੇ ਆਪਾਂ ਜਾਇਰੋ ਮੈਗਨੈਟਿਕ ਕਾਂਸਟੈਂਟ। ਇਸ ਨੂੰ ਜਾਂ ਇਸ ਨੂੰ ਆਪਾਂ ਕੀ ਕਹਿੰਦੇ ਹੈਗੇ, ਜਾਇਰੋ मैग्नेटिक कांस्टेंट। तो ठीक है, जेकर जायरो मैग्नेटिक कांस्टेंट बारे पूछा जाता था की डेफिनेशन होगी म्यू एल ओवर एल, यानी कि मैग्नेटिक डाइपोल मोमेंट डिवाइडेड बाय एंगुलर मोमेंटम, ठीक है, ई ओवर 2 एम। ये है अपने कोई जायरो मैग्नेटिक कांस्टेंट। हुण आपां पता करते हाँ अगे इसनूं सॉल्व करते हैं अकॉर्डिंग टू बोहर्स quantization of angular momentum। बोहर का एक रूल है एंगुलर मोमेंटम के क्वांटाइजेशन का, वो की कहता है L इज इक्वल टू एन एच बाय 2 पाई, ठीक है, वेयर n इज इक्वल टू 1 2 3 नेचुरल नंबर हो सकता अपने को फर्स्ट लेवल वास्ते, सेकंड ऑर्बिट, थर्ड ऑर्बिट अलग अलग एन दी वैल्यूज ने उस वास्ते अलग अलग एंगुलर मोमेंटम होता है। ये बोहर का रूल है। तो हुण आपां इस एल की जो वैल्यू है वो अपने इस फार्मूले दे विच पुट कर देना। इक्वेशन नंबर 3 दे विच पुट इन इक्वेशन नंबर 3 वी गेट की आएगा ऑर्बिटल एंगुलर ऑर्बिटल मैग्नेटिक मोमेंट म्यू एल बिकम्स इक्वल टू ई ओवर 2 एम ई। पैर दे विच ई है, ठीक है, मास ऑफ इलेक्ट्रॉन ते इनटू अपने को एल की जगह ते पुट करता एन एच बाय 2 पाई। तो हुण आपां इसनूं थोड़ा रीअरेंज करके लिखते हैं। अपने को आ गया एन इंटू ई एच बाय 4 पाई एम ई, ठीक।
n ਦੀ ਵੈਲਿਊ ਜੇਕਰ 1 ਹੋਵੇ, ਮੰਨ ਲਓ ਫॉर n is equal to 1 यानी कि इनर मोस्ट ऑर्बिट वास्ते वैल्यू 1 होने तो बाद अपने को क्या आ जाएगा, म्यू इज इक्वल टू EH ओवर 4 पाई ME। इस ਨੂੰ ਆਪਾਂ ਕਹਿੰਦੇ ਆ ਕਿ ਬੋਹਰ ਮੈਗਨੀਟੋਨ, ਬੋਹਰ ਮੈਗਨੀਟੋਨ, ठीक है। ਇਹਨੂੰ म्यू b ਨਾਲ ਡਿਨੋਟ ਕਰਦੇ ਆਪਾਂ, म्यू b। ਤਾਂ ਇਸ ਦੀ ਜੋ ਵੈਲਿਊ ਹੈ ਕਾਂਸਟੈਂਟ ਆਉਂਦੀ ਹੈ। E ਦੀ ਵੈਲਿਊ ਆਪਣੇ ਕੋਲ ਪਤਾ ਹੈ ਕਾਂਸਟੈਂਟ ਹੈ, H ਆਪਣੇ ਕੋਲ ਰੈਂਕਸ ਕਾਂਸਟੈਂਟ ਹੈ, 4 ਵੀ ਕਾਂਸਟੈਂਟ ਹੈ, ਪਾਈ ਵੀ ਕਾਂਸਟੈਂਟ ਹੈ, ਮਾਸ ਆਫ ਇਲੈਕਟ੍ਰੋਨ ਵੀ ਕਾਂਸਟੈਂਟ ਹੈ। ਤਾਂ ਇਹ ਸਾਰੀ ਦੀ ਵੈਲਿਊ ਸੋਲਵ ਕਰਕੇ ਕਾਂਸਟੈਂਟ ਆਉਂਦੀ ਹੈ। ਉਹ ਵੈਲਿਊ ਆਪਣੇ ਕੋਲ ਆਉਂਦੀ ਹੈ 9.27 into 10 raised to power -24, ठीक है। ਤੇ म्यू भी ਦੀ ਜੋ ਆਪਣੇ ਕੋਲ ਐਂਪੀਅਰ ਮੀਟਰ ਸਕੁਅਰ। ਇਹ ਆਪਣੇ ਕੋਲੇ ਬੋਹਰ ਮੈਗਨੀਟੋਨ ਦੀ ਜੋ ਵੈਲਿਊ ਹੈ ਸੋਲਵ ਕਰਕੇ ਇੰਨੀ ਆਉਂਦੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਬੋਹਰ ਮੈਗਨੀਟੋਨ ਕੀ ਹੈ। ਬੋਹਰ ਮੈਗਨੀਟੋਨ ਦੀ ਡੈਫੀਨੇਸ਼ਨ ਜੋ ਹੈ ਬਹੁਤ ਇੰਪੋਰਟੈਂਟ ਹੈ, ਐਗਜ਼ਾਮਸ ਦੇ ਵਿੱਚ ਪੁੱਛੀ ਜਾ ਸਕਦੀ ਹੈ 1 ਨੰਬਰ ਦੇ ਕੁਐਸਚਨ ਦੇ ਵਿੱਚ। ਤਾਂ ਬੋਹਰ ਮੈਗਨੀਟੋਨ ਆਪਾਂ ਕਿਵੇਂ ਡਿਫਾਈਨ ਕਰ ਸਕਦੇ ਹਾਂ? ਇਟ ਇਜ਼ ਡਿਫਾਈਨਡ ਐਜ਼ ਦਾ orbital magnetic moment of the electron in the innermost orbit। ਜਦੋਂ ਇਲੈਕਟ੍ਰੋਨ ਕੀ ਹੁੰਦਾ ਇਨਰਮੋਸਟ ਸ਼ੈਲ ਦੇ ਵਿੱਚ ਹੁੰਦਾਗਾ, ਤਾਂ ਉਦੋਂ ਆਪਾਂ ਉਸ ਨੂੰ ਇਨਰਮੋਸਟ ਆਰਬਿਟ ਦੇ ਵਿੱਚ ਹੁੰਦਾ। ਉਸ ਟਾਈਮ ਤੇ ਜੋ ਉਸ ਦਾ ਮੈਗਨੈਟਿਕ ਮੂਵਮੈਂਟ ਹੁੰਦਾ ਹੈ, ਆਰਬਿਟਲ ਮੈਗਨੈਟਿਕ ਮੂਵਮੈਂਟ ਹੁੰਦਾ, ਉਸ ਨੂੰ ਆਪਾਂ ਬੋਹਰ ਮੈਗਨੀਟੋਨ ਕਹਿੰਦੇ ਹਾਂ। ਹੁਣ ਆਪਾਂ ਕੀ ਕਰ ਸਕਦੇ ਹਾਂ, ਜੋ ਬਾਕੀ ਦੇ ਸ਼ੈਲਸ ਨੇ, ਜਿਵੇਂ ਫॉर n is equal to 2 ਸੈਕੰਡ ਸ਼ੈਲ ਦੀ ਗੱਲ ਕਰੀਏ ਆਪਾਂ, ਸੈਕੰਡ ਆਰਬਿਟ ਦੀ ਗੱਲ ਕਰੀਏ, ਤਾਂ ਉੱਥੇ ਆਪਣੇ ਕੋਲੇ ਜੋ ਮੈਗਨੈਟਿਕ ਮੂਵਮੈਂਟ ਹੋਵੇਗਾ μ l is equal to, ਉਸ ਨੂੰ ਆਪਾਂ ਬੋਹਰ ਮੈਗਨੀਟੋਨ ਦੀ ਟਰਮਸ ਦੇ ਵਿੱਚ ਹੀ ਲਿਖ ਦਿੰਦੇ ਹਾਂ। ਕਾਹਦੇ ਵਿੱਚ ਲਿਖਦੇ ਨੇ? ਬੋਹਰ ਮੈਗਨੀਟੋਨ ਦੀ ਟਰਮਸ ਦੇ ਵਿੱਚ। ਤਾਂ ਬੋਹਰ ਮੈਗਨੀਟੋਨ ਇੱਕ ਤਰ੍ਹਾਂ ਦਾ ਨੈਚੁਰਲ ਯੂਨਿਟ ਦਾ ਕੰਮ ਕਰਦਾ ਬਿਲਕੁਲ, ਠੀਕ ਹੈ। ਆਪਾਂ ਇੱਥੇ ਲਿਖਾਂਗੇ μ l is equal to 2 μb, ਡਬਲ ਦਾ ਬੋਹਰ ਮੈਗਨੀਟੋਨ। ਫਿਰ ਆਪਾਂ ਥਰਡ ਸ਼ੈਲ ਵਾਸਤੇ ਇਸੇ ਤਰ੍ਹਾਂ ਅਗਲੇ फॉर n is equal to 3 ਵਾਸਤੇ ਆਪਾਂ ਕੋਲ ਲਿਖਿਆ ਆ ਜਾਊਗਾ μ l is equal to 3 μb। ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੇ ਟੌਪਿਕ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਹੁਣ ਇਹਨਾਂ ਦੇ ਆਧਾਰ ਤੇ ਕੁਝ ਪ੍ਰਸ਼ਨ ਹਨ ਜੋ ਮੈਂ ਤੁਹਾਨੂੰ ਪੁੱਛਾਂਗਾ, ਤੁਸੀਂ ਇਹਨਾਂ ਦੇ ਜੋ ਆਨਸਰ ਹਨ ਉਹ ਆਪਣੀ ਕਾਪੀ ਤੇ ਲਿਖਣੇ ਹਨ। ਇਹ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਚੁੱਕੇ ਹਨ।